ਅੱਗੇ ਵਧਦੇ ਤੇ ਗੱਲ ਕਰਦੇ ਹਾਂ ਕਿਸਾਨਾਂ ਨਾਲ ਜੁੜੀ ਵੱਡੀ ਸਮੱਸਿਆ ਦੀ। ਬਾਰਦਾਨੇ ਦੀ ਘਾਟ ਤੇ ਭਾਰਤ ਭੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਹੈ ਤੇ ਜਲਦੀ ਹੀ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ। ਬਾਰਦਾਨੇ ਦੀ ਘਾਟ ਕਾਰਨ ਖਰੀਦ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਕਿਸਾਨਾਂ ਨੂੰ। ਪੰਜਾਬ ਦੇ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਤੇ ਕਈ ਜਗ੍ਹਾਵਾਂ ਤੋਂ ਅਜਿਹੀਆਂ ਤਸਵੀਰਾਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਬਾਰਦਾਨੇ ਦੀ ਘਾਟ ਦੇ ਕਾਰਨ ਕਿਸਾਨਾਂ ਨੂੰ ਕਈ ਦਿਨ ਮੰਡੀਆਂ ਦੇ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਭਾਰਤ ਭੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਘਾਟ ਹੈ ਪਰ ਜਲਦੀ ਹੀ ਇਸ ਕਮੀ ਨੂੰ ਪੂਰਾ ਕਰ ਲਿਆ ਜਾਵੇਗਾ। ਮੰਡੀਆਂ ਦੇ ਵਿੱਚ ਫਸਲ ਆ ਚੁੱਕੀ ਹੈ। ਇਸ ਵੇਲੇ ਕਿਹੋ ਜਿਹੇ ਇੰਤਜ਼ਾਮ ਨੇ ਔਰ ਕਿਸਾਨਾਂ ਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਨੇ, ਗੱਲਬਾਤ ਕਰਾਂਗੇ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਨਾਲ। ਆਸ਼ੂ ਜੀ, ਇਸ ਵੇਲੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਫਸਲ ਖਰੀਦੀ ਕਿਸ ਤਰੀਕੇ ਦੇ ਨਾਲ ਜਾ ਰਹੀ ਹੈ? बड़ी स्मूथ प्रोक्योरमेंट है। थोड़े वहम ਜ਼ਰੂਰ ਨੇ ਇਨੀਸ਼ੀਅਲੀ, ਕਿਉਂਕਿ ਇਸ ਪ੍ਰੋਕਿਉਰਮੈਂਟ ਤੋਂ ਪਹਿਲਾਂ ਕਾਫੀ ਲੋਕਾਂ ਦੇ ਵਿੱਚ ਖਦਸ਼ੇ ਸੀਗੇ, ਪਤਾ ਨਹੀਂ ਪ੍ਰੋਕਿਉਰਮੈਂਟ ਹੋ ਪਾਏਗੀ, ਪਤਾ ਨਹੀਂ CCL ਆਏਗੀ, ਪੇਮੈਂਟ ਕਿਸ ਤਰੀਕੇ ਹੋਏਗੀ। ਹੁਣ ਸਾਰੀਆਂ ਚੀਜ਼ਾਂ ਠੀਕ ਨੇ, ਕੋਈ ਮੁਸ਼ਕਿਲ ਨਹੀਂ। ਉਹ ਭੁਲੇਖਿਆਂ ਕਰਕੇ, ਉਹ ਵਹਿਮਾਂ ਕਰਕੇ ਕਿਤੇ ਨਾ ਕੁਝ ਨਾ ਕੁਝ ਖਦਸ਼ੇ ਜ਼ਰੂਰ ਹੈ ਜੀ। ਬਾਰਦਾਨਾ ਹੈ ਨਹੀਂ, ਸਫੀਸ਼ੀਐਂਟ ਬਾਰਦਾਨਾ ਸਭ ਕੁਝ ਹੈਗਾ। ਕੱਲ ਤਾਈਂ 13 ਲੱਖ ਮੀਟ੍ਰਿਕ ਟਨ ਦੇ ਕਰੀਬ ਅਰਾਈਵਲ ਹੋ ਚੁੱਕੀ ਹੈ, ਉਹਨਾਂ 'ਚੋਂ 10 ਲੱਖ ਤੋਂ ਉੱਤੇ ਪ੍ਰਕਿਉਰ ਵੀ ਹੋ ਚੁੱਕੀ ਹੈ ਔਰ ਤਕਰੀਬਨ 1.5 ਲੱਖ ਤੋਂ ਉੱਤੇ ਲਿਫਟਿੰਗ ਵੀ ਚਾਲੂ ਹੋ ਚੁੱਕੀ ਹੈ। ਇਹ ਸਾਰੀਆਂ ਚੀਜ਼ਾਂ ਹੁਣ ਵੱਧਦੀਆਂ ਜਾਣੀਆਂ ਅੱਗੇ ਔਰ ਤੇਜ਼ੀ ਨਾਲ ਚੱਲੇਗਾ। ਨਵਾਂ ਸਿਸਟਮ ਹੋਣ ਕਰਕੇ ਪੇਮੈਂਟ ਦਾ ਥੋੜ੍ਹਾ ਜਿਹਾ ਸਾਡੇ ਮਾਸਟਰ ਟ੍ਰੇਨਰ ਸਾਰੇ ਡਿਸਟ੍ਰਿਕਾਂ 'ਚ ਪਹੁੰਚੇ ਹੋਏ ਨੇ। ਆੜਤੀਆਂ ਨੂੰ ਜਿੱਥੇ ਮੁਸ਼ਕਿਲ ਆ ਰਹੀ ਹੈ ਉਹਨਾਂ ਨੂੰ ਗਾਈਡ ਕਰਦੇ ਜਾ ਰਹੇ ਆ, ਡੈਮੋ ਦਿਖਾਉਂਦੇ ਜਾ ਰਹੇ ਆ ਤੇ 1-2 ਦਿਨਾਂ 'ਚ ਪੇਮੈਂਟ ਵੀ ਬੜੀ ਤੇਜ਼ੀ ਨਾਲ ਉਹਨਾਂ ਦੀ ਰਿਲੀਜ਼ ਹੋਣੀ ਸ਼ੁਰੂ ਹੋ ਜਾਣੀ ਹੈ। ਤੁਸੀਂ ਬਾਰਦਾਨੇ ਦਾ ਜ਼ਿਕਰ ਕੀਤਾ, ਕੁਝ ਮੰਡੀਆਂ 'ਚੋਂ ਸ਼ਿਕਾਇਤ ਆ ਰਹੀ ਕਿ ਬਾਰਦਾਨਾ ਨਹੀਂ ਪਹੁੰਚ ਪਾ ਰਿਹਾ, ਉਹ ਰਿਕਾਰਡ ਹੈ ਤੁਹਾਡੇ ਕੋਲ ਔਰ ਕਿਸ ਤਰੀਕੇ ਨਾਲ ਐਕਸ਼ਨ ਲਿੱਤਾ ਜਾ ਰਿਹਾ ਕਿ ਜਲਦ ਤੋਂ ਜਲਦ ਬਾਰਦਾਨਾ ਪਹੁੰਚੇ? ਹਾਂ, ਇਹ ਜਿਹੜਾ ਮੈਂ ਤੁਹਾਡੀ ਰਿਪੋਰਟ ਦੇਖੀ ਹੈ, ਜ਼ਮੀਨੀ ਰਿਪੋਰਟ, ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕ ਕਵਰ ਕਰੋ, ਸਾਨੂੰ ਇਸ਼ੂਜ਼ ਦਾ ਪਤਾ ਚੱਲ ਜਾਏ। ਬਾਰਦਾਨਾ ਸਾਡੇ ਕੋਲ 55% ਦੇ ਕਰੀਬ ਇਨ ਹੈਂਡ ਹੈ। ਅਸੀਂ ਸਾਰੀਆਂ ਏਜੰਸੀਆਂ ਨੂੰ ਕੱਲ ਇਹ ਵੀ ਕਹਿਤਾ ਵੀ ਕਿਸੇ ਮੰਡੀ 'ਚ ਅਗਰ ਕਿਸੇ ਏਜੰਸੀ ਕੋਲ ਬਾਰਦਾਨਾ ਘੱਟ ਹੈ ਤਾਂ ਉਹ ਦੂਸਰੀ ਏਜੰਸੀ ਤੋਂ ਲੈ ਲੇ ਜਿਹਦੇ ਕੋਲ ਬਾਰਦਾਨਾ ਪਿਆ ਹੈ। ਇਨੀਸ਼ੀਅਲੀ ਉਹ ਚੀਜ਼ ਸੀਗੀ ਨਹੀਂ, ਉਹ ਲੋਨਿੰਗ ਹੁਣ ਅਸੀਂ ਕਰਤੀ, ਟ੍ਰਾਂਸਫਰ ਕਰਤਾ ਕੱਲ ਤੋਂ। ਬਾਰਦਾਨੇ ਦੀ ਕੋਈ ਪ੍ਰੋਬਲਮ ਨਹੀਂ ਹੈ। ਜੂਟ ਦੀ ਪ੍ਰੋਬਲਮ ਸੀਗੀ, ਜੂਟ ਦਾ ਬਾਰਦਾਨਾ ਸਾਰੇ ਹਿੰਦੁਸਤਾਨ 'ਚ ਹੀ ਹੈ ਨਹੀਂ। ਜੂਟ ਮਿਲਾਂ ਫੁੱਲ ਕਪੈਸਿਟੀ ਕੰਮ ਨਹੀਂ ਕਰ ਰਹੀਆਂ। ਜੂਟ ਦੀ ਫਸਲ ਪਿਛਲੇ ਸਾਲ ਅਮਫਨ ਤੂਫਾਨ ਕਰਕੇ ਖਰਾਬ ਹੋ ਗਈ। ਵੈਸਟ ਬੰਗਾਲ 'ਚ ਇਲੈਕਸ਼ਨ ਵੀ ਹੈ, ਕਈ ਮਲਟੀਪਲ ਇਸ਼ੂਜ਼ ਸੀਗੇ। ਜੂਟ ਸਾਨੂੰ ਘੱਟ ਮਿਲਿਆ, ਅਸੀਂ ਫਿਰ ਨਾਲ ਦੀ ਨਾਲ PP HDP ਬੈਗਸ ਦਾ ਟੈਂਡਰ ਕਰਕੇ ਉਹ ਖਰੀਦਿਆ। ਉਹਦੇ ਵਿੱਚ ਵੀ ਕਾਫੀ ਮੁਸ਼ਕਿਲਾਂ ਆਈਆਂ ਕਿਉਂਕਿ ਪੈਟਰੋਲੀਅਮ ਰੇਟਸ ਰੋਜ਼ ਦੀ ਰੋਜ਼ ਵੱਧ ਰਹੇ ਸੀਗੇ। ਉਹਦੇ 'ਤੇ ਕੰਪਨੀਆਂ ਭੱਜਣ ਲੱਗ ਗਈਆਂ, ਅਸੀਂ ਫਿਰ ਰੀਟੈਂਡਰ ਕਰਿਆ। ਹੁਣ ਤੱਕ ਸਾਡੇ ਕੋਲ 55% ਬਾਰਦਾਨਾ ਔਰ ਕਾਫੀ 25-30% ਸਾਡਾ ਟਰਾਂਸਪੋਰਟੇਸ਼ਨ 'ਚ ਜਿਹੜਾ ਪਹੁੰਚ ਰਿਹਾ ਨਾਲ ਦੀ ਨਾਲ। ਜਿਹੜਾ ਅਖੀਰ 'ਤੇ ਥੋੜ੍ਹਾ ਬਹੁਤ ਕਮੀ ਰਹੇਗੀ, ਹਾਂ ਅਸੀਂ ਉਹ ਵੀ ਉਹਨਾਂ ਕੋਲ ਪਰਮਿਸ਼ਨ ਲਈ ਹੈ ਸੈਂਟਰ ਗਵਰਨਮੈਂਟ ਤੋਂ। ਜਿਹੜਾ 70-80 ਹਜ਼ਾਰ ਬੇਲਸ ਦੀ ਸਾਡੀ ਕਮੀ ਰਹਿੰਦੀ ਹੈ, ਉਹਦੇ ਵਾਸਤੇ ਯੂਜ਼ਡ ਬਾਰਦਾਨੇ ਦਾ ਟੈਂਡਰ ਕਰਤਾ। ਕੱਲ ਟੈਂਡਰ ਮੈਚਿਓਰ ਹੋ ਜਾਣਾ ਤੇ ਸਾਰੇ ਆੜਤੀ ਅਸੀਂ ਇੰਪਾਵਰ ਕਰ ਦੇਣੇ ਵੀ ਬਾਹਰੋਂ ਤੁਸੀਂ ਬਾਰਦਾਨਾ, ਯੂਜ਼ਡ ਬਾਰਦਾਨਾ ਲਾ ਕੇ ਇਹਦੀ ਪ੍ਰੋਕਿਉਰਮੈਂਟ ਕਰ ਲਓ। ਬਾਰਦਾਨੇ ਦੀ ਕੋਈ ਮੁਸ਼ਕਿਲ ਨਹੀਂ ਆਏਗੀ। ਹਾਲ ਦੀ ਘੜੀ ਤਾਈਂ ਜਿੰਨਾ ਸਾਡੇ ਕੋਲ ਬਾਰਦਾਨਾ ਹੈ ਤੇ ਅਗਲੇ 15 ਦਿਨ ਸਾਨੂੰ ਪ੍ਰੋਬਲਮ ਹੀ ਕੋਈ ਨਹੀਂ ਹੈ। ਰੋਜ਼ ਦਾ 6-7 ਲੱਖ ਮੀਟ੍ਰਿਕ ਟਨ ਵੀ ਆਵੇ ਤਾਂ ਵੀ 10 ਦਿਨਾਂ 'ਚ 60 ਲੱਖ ਮੀਟ੍ਰਿਕ ਟਨ ਬਾਰਦਾਨਾ ਹੁੰਦਾ ਹੈ। ਤੇ ਮੈਂ ਤਾਂ ਤੁਹਾਨੂੰ ਕਹਿ ਰਿਹਾ 55% ਸਾਡੇ ਕੋਲ ਇਨ ਹੈਂਡ ਹੈ। ਜਿੰਨਾ ਅੱਜ ਯੂਜ਼ ਹੋਣਾ ਹੈ, ਅੱਜ ਟਰੱਕ ਹੋਰ ਪਹੁੰਚ ਜਾਣੇ ਆ। ਇਹ ਚੱਲਦਾ ਰਹਿੰਦਾ। ਇਹ ਇੱਕ ਵਹਿਮ ਪੈ ਗਿਆ। ਹਾਂ, ਕੁਝ ਹੋ ਸਕਦਾ ਲੋਕਲ ਲੈਵਲ 'ਤੇ ਮੈਨੇਜਮੈਂਟ ਪ੍ਰੋਬਲਮ ਵੀ ਹੋਵੇ ਵੀ ਇੱਕ ਏਜੰਸੀ ਕੋਲ ਜ਼ਿਆਦਾ ਦੂਸਰੇ ਕੋਲ ਘੱਟ ਹੈ ਤੇ ਉਸ ਏਜੰਸੀ ਦੀ ਖਰੀਦ ਪੈ ਗਈ ਜਾਂ ਉਹਦੀ ਖਰੀਦ ਨਹੀਂ ਹੋ ਪਾ ਰਹੀ ਬਾਰਦਾਨੇ ਕਰਕੇ, ਇੰਸਪੈਕਟਰ ਡਰਿਆ ਖੜਾ ਹੈ। ਉਹ ਕੱਲ ਦੂਰ ਕਰ ਦਿੱਤੀ ਗਈ ਹੈ, ਕੋਈ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਈ। ਪਰ ਕਿਉਂਕਿ ਸਿੱਧੀ ਅਦਾਇਗੀ ਹੋ ਰਹੀ ਹੈ ਕਿਸਾਨਾਂ ਨੂੰ ਫਸਲ ਦੀ ਔਰ ਪੋਰਟਲ ਤੇ ਕੁਝ ਦਿੱਕਤਾਂ ਆ ਰਹੀਆਂ। ਪੋਰਟਲ
ਤੇ ਕਿਸਾਨਾਂ ਨੂੰ ਆੜ੍ਹਤੀਆਂ ਨੂੰ ਦਿੱਕਤ ਨਾ ਆਵੇ ਉਸ ਨੂੰ ਲੈ ਕੇ ਸਰਕਾਰ ਇਸ ਵੇਲੇ ਕੀ ਕਰ ਰਹੀ ਹੈ? ਹਾਂ, ਮੈਂ ਤੁਹਾਨੂੰ ਦੱਸਿਆ ਵਿੱਚੇ ਹੁਣੇ ਵੀ ਸਾਡੇ ਜਿਹੜੇ ਮਾਸਟਰ ਟ੍ਰੇਨਰ ਹੈ ਪਹਿਲਾਂ ਅਸੀਂ ਉਹ ਤਿਆਰ ਕਰ ਲਏ, ਉਹਨਾਂ ਨੂੰ ਡਿਸਟ੍ਰਿਕਟਾਂ 'ਚ ਭੇਜ ਦਿੱਤਾ। ਉਹ ਜਿਹੜੀ ਮੰਡੀ 'ਚ ਕੋਈ ਪ੍ਰੋਬਲਮ ਆਉਂਦੀ ਆ ਉਹ ਦੂਰ ਵੀ ਕਰਨ ਜਾਂਦੇ ਆ, ਦੀ ਨਾਲ ਉਹ ਟ੍ਰੇਨਡ ਵੀ ਕਰਦੇ ਜਾ ਰਹੇ ਆ ਸਾਰੇ ਆੜ੍ਹਤੀਆਂ ਦੇ ਮੁਨੀਮਾਂ ਨੂੰ, ਜਿਹੜੇ ਉਹਨਾਂ ਦੇ ਅਕਾਊਂਟੈਂਟ ਵਗੈਰਾ, ਵੀ ਕਿਸ ਤਰੀਕੇ ਇਹ ਬਿੱਲ ਅਪਰੂਵ ਹੋਣਾ ਔਰ ਤੁਸੀਂ ਕਿਵੇਂ ਕਿਸਾਨਾਂ ਦੇ ਖਾਤੇ 'ਚ ਪੇਮੈਂਟ ਕਰਵਾਉਣੀ ਆ, ਉਹਨਾਂ ਨੂੰ ਕਿਵੇਂ ਰੈਲੇਵੈਂਟ ਰੱਖਣਾ ਹੈ ਸਿਸਟਮ ਦੇ ਵਿੱਚ, ਤੇ ਉਹ ਸਿਸਟਮ 'ਚ ਰੈਲੇਵੈਂਟ ਰਹਿਣ ਲਈ ਉਹਨਾਂ ਨੂੰ ਕੀ ਕਰਨਾ ਪੈਣਾ ਹੈ। ਨਵਾਂ ਸਿਸਟਮ ਹੈ, ਇਨੀਸ਼ੀਅਲੀ ਥੋੜ੍ਹੀ ਜਿਹੀ ਮੈਂ ਆਪ ਕਹਿ ਰਿਹਾ ਤੁਹਾਨੂੰ 1-2 ਦਿਨ, ਕਿਉਂਕਿ 10 ਤਰੀਕ ਸ਼ਾਮ ਨੂੰ ਹੀ ਫੈਸਲਾ ਹੋਇਆ, ਤੁਹਾਡੇ ਸਾਰਿਆਂ ਦੀ ਹਾਜ਼ਰੀ 'ਚ ਹੋਇਆ, ਉਸ ਤੋਂ ਬਾਅਦ ਖਰੀਦ ਸ਼ੁਰੂ ਕਰਾਈ ਗਈ ਤੇ ਅੱਜ ਕੱਲ 14 ਤਰੀਕ ਲੰਘ ਕੇ ਗਈ, ਸਿਰਫ 4 ਦਿਨ ਨਹੀਂ ਸੀ, ਪਰ ਫਿਰ ਵੀ ਅਸੀਂ ਕਵਰ ਕਰਦੇ ਜਾ ਰਹੇ ਹਾਂ ਸਾਰਿਆਂ ਨੂੰ। ਅੱਜ ਤੋਂ ਤੁਸੀਂ ਦੇਖਿਓ ਪੇਮੈਂਟ ਦੀ ਸਪੀਡ ਕਾਫੀ ਤੇਜ਼ ਹੋ ਜਾਏਗੀ। ਕਿਸੇ ਤਰੀਕੇ ਦੀ ਕਿਸਾਨਾਂ ਨੂੰ ਕੋਈ ਦਿੱਕਤ, ਕਿਉਂਕਿ ਅਜੇ ਥੋੜਾ ਜਿਹਾ ਕਿਸਾਨ ਜਿਹੜਾ ਉਹ ਕਨਫਿਊਜ਼ ਨਜ਼ਰ ਆ ਰਿਹਾ ਸੀ ਕਿ ਪੈਸੇ ਮਿਲਣਗੇ ਕਿੱਥੋਂ, ਕਿਸ ਤਰੀਕੇ ਦੇ ਨਾਲ ਹੋਏਗਾ। ਕੁਝ ਮੰਡੀਆਂ 'ਚ ਕਿਸਾਨਾਂ ਨੂੰ ਇਹ ਲੱਗਦਾ ਕਿ ਸਾਡੇ ਅਕਾਊਂਟ ਨੰਬਰ ਹੀ ਹੈ ਨਹੀਂ, ਸਾਡੇ ਕੋਲ ਬੈਂਕ ਅਕਾਊਂਟ ਹੈ ਨਹੀਂ, ਉਹਨਾਂ ਨੂੰ ਵੀ ਲੈ ਕੇ ਬੈਂਕ ਅਕਾਊਂਟ ਖੋਲ੍ਹੇ ਜਾਣਗੇ ਜਾਂ ਕਿਸ ਤਰੀਕੇ ਨਾਲ ਕੀਤਾ ਜਾਏਗਾ? ਨਹੀਂ, ਉਹ ਤਾਂ ਪਿਛਲੇ 3 ਸੀਜ਼ਨਸ ਤੋਂ ਸਿੱਧੀ ਪੇਮੈਂਟ ਉਹਨਾਂ ਦੇ ਅਕਾਊਂਟ 'ਚ ਜਾ ਰਹੀ। ਰੇੜਕਾ ਕੀ ਸੀ ਭਾਜੀ? ਰੇੜਕਾ ਸੀਗਾ ਵੀ ਜਿਹੜੀ ਪੇਮੈਂਟ ਅਸੀਂ ਅਨਾਜ ਖਰੀਦ ਪੋਰਟਲ ਰਾਹੀਂ ਟਰਾਂਸਪੇਰੈਂਟ ਵੇ ਰਾਹੀਂ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕਰ ਰਹੇ ਸੀਗੇ, ਪਰ ਕਰਦੇ ਥਰੂ ਆੜ੍ਹਤੀਆ ਸੀਗੇ। ਸੈਂਟਰ ਗਵਰਨਮੈਂਟ ਕਹਿੰਦੀ ਸੀ ਵੀ ਆੜ੍ਹਤੀਆਂ ਨੂੰ ਬਾਹਰ ਕੱਢ ਕੇ ਸਿੱਧੀ ਪੇਮੈਂਟ ਕਰੋ। ਜਾਂ ਤਾਂ ਕਿਸਾਨਾਂ ਦੇ ਖਾਤੇ 'ਚ ਹੀ ਰਹੀ, ਤੇ ਖਾਤੇ ਤਾਂ ਉਹਨਾਂ ਦੇ ਹੈਗੇ ਹੀ ਨੇ, ਸਾਡੇ ਕੋਲ ਵੀ ਨੇ, ਕਿਉਂਕਿ ਅਸੀਂ ਉਹਨਾਂ 'ਚ ਪਿਛਲੇ 3 ਸੀਜ਼ਨਸ ਤੋਂ ਅਦਾਇਗੀ ਕਰਦੇ ਆ ਰਹੇ ਹਾਂ, ਉਹਦੀ ਕੋਈ ਪ੍ਰੋਬਲਮ ਨਹੀਂ। ਇੱਕ ਸੀਗਾ ਵੀ ਨਵਾਂ ਸਿਸਟਮ ਸਿੱਧਾ ਕਿਵੇਂ ਕਰਨਾ, ਔਰ ਉਹਦੇ ਵਿੱਚ ਜਿਹੜੀ ਅਸੀਂ ਕੀ ਦਿੱਤੀ ਹੈ ਆੜ੍ਹਤੀਆਂ ਨੂੰ, ਉਹ ਉਹਨਾਂ ਨੇ ਕਿਵੇਂ ਯੂਜ਼ ਕਰਨੀ ਹੈ, ਇਹ ਸਿਸਟਮ ਥੋੜ੍ਹਾ ਇਹ ਸਮਝਾਉਣ ਦੀ ਲੋੜ ਸੀ। ਇਹਦੇ ਵਾਸਤੇ ਸਾਡੇ ਮਾਸਟਰ ਟ੍ਰੇਨਰ ਗਏ ਹੋਏ ਹੈ। ਕਿਸਾਨਾਂ ਨੂੰ ਖਦਸ਼ਾ ਕੀ ਸੀ? ਕਿਸਾਨ ਥੋੜ੍ਹਾ ਜਿਹਾ, ਮੈਂ ਸਮਝਦਾ, ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਹਾਂ, ਵੀ 4-5 ਮਹੀਨੇ ਦਿੱਲੀ ਬਾਰਡਰਾਂ 'ਤੇ ਬੈਠਾ, ਉੱਥੇ ਸੁਣਵਾਈ ਨਹੀਂ, ਕਿਤੇ ਨਾ ਕਿਤੇ ਇਹ ਵੀ ਆ ਜਾਂਦਾ ਯਾਰ ਉੱਥੇ ਸੁਣਵਾਈ ਨਹੀਂ ਤਾਂ ਗੁੱਸਾ ਉਹਦਾ ਇੱਥੇ ਕੱਢ ਲਓ। ਪਰ ਮੈਂ ਉਹਨਾਂ ਨੂੰ ਕਹਿਣਾ ਸਟੇਟ ਗਵਰਨਮੈਂਟ ਉਹਨਾਂ ਦੇ ਨਾਲ ਖੜੀ ਹੈ। ਸਾਨੂੰ ਇਹ ਵੀ ਪਤਾ ਇਸ ਵੇਲੇ ਮੁਸ਼ਕਿਲਾਂ ਕੀ ਹੈ, ਕਿਉਂਕਿ ਕਿਸਾਨਾਂ ਦੀਆਂ ਮੁਸ਼ਕਿਲਾਂ, ਪੰਜਾਬ ਸਰਕਾਰ ਦੀਆਂ ਮੁਸ਼ਕਿਲਾਂ, ਉਹਨਾਂ ਨੂੰ ਮੁਸ਼ਕਿਲਾਂ ਨੂੰ ਸਮਝਦੀ ਹੈ। ਅਸੀਂ ਹਰੇਕ ਬੰਦੇ ਦਾ ਜੋ ਕੰਸਰਨ ਹੈ ਉਹਨੂੰ ਐਡਰੈਸ ਕਰਦੇ ਜਾ ਰਹੇ ਹਾਂ। ਕੇਂਦਰ ਸਰਕਾਰ ਦਾ ਸਹਿਯੋਗ ਕਿਸ ਤਰੀਕੇ ਦਾ ਮਿਲ ਰਿਹਾ? ਕੇਂਦਰ ਸਰਕਾਰ ਪੂਰੀ ਤਰੀਕੇ ਨਾਲ ਹੈ? ਕੇਂਦਰ ਸਰਕਾਰ ਦਾ ਸਹਿਯੋਗ, ਜਦੋਂ ਮੀਟਿੰਗਸ ਹੋਈ ਸੀਗੀ ਮਿਨਿਸਟਰਾਂ ਦੇ ਵਫਦ ਦੀ, ਉਸ ਤੋਂ ਬਾਅਦ ਸਾਡੇ ਆਫੀਸਰ ਵੀ ਲਗਾਤਾਰ ਉੱਥੇ ਬੈਠੇ ਨੇ, ਕਿਉਂਕਿ FCI ਦੇ ਬਹੁਤ ਇਸ਼ੂਜ਼ ਸੀਗੇ ਜਿਹੜੇ CM ਸਾਹਿਬ ਨਾਲ ਲਾਸਟ ਮੀਟਿੰਗ 'ਚ ਆੜ੍ਹਤੀਆਂ ਦੀ, ਜਦੋਂ ਆੜ੍ਹਤੀਆਂ ਦੀ ਹੜਤਾਲ ਖੁਲਾ ਕੇ ਪ੍ਰੋਕਿਉਰਮੈਂਟ ਬਾਕਾਇਦਾ ਤੌਰ 'ਤੇ ਚਾਲੂ ਕੀਤੀ ਗਈ ਤੇ ਰਸਮੀ ਤੌਰ 'ਤੇ ਜਾ ਕੇ ਮੈਂ ਰਾਜਪੁਰੇ 'ਚ ਸ਼ੁਰੂ ਵੀ ਕਰੀ ਸੀਗੀ। ਉਹ ਜਿਹੜੇ ਉਹਨਾਂ ਦੇ ਕੰਸਰਨ ਸੀ ਨਾ FCI ਲਈ, ਉਹ ਬੜੇ ਵਾਜਬ ਜੇ ਸੀਗੇ, ਕਿਉਂਕਿ ਉਹਨਾਂ ਦੀ ਪਿਛਲੀ ਕੁਝ ਕਮਿਸ਼ਨ ਦਾ ਰੌਲਾ ਸੀ। ਇੱਕ ਟ੍ਰੈਡੀਸ਼ਨਲੀ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀਆਂ ਸਟੇਟ ਏਜੰਸੀਜ਼ ਹੈਗੀਆਂ ਨੇ ਉਹਨਾਂ 'ਚੋਂ ਤਾਂ ਕਮਿਸ਼ਨ ਫਟਾਫਟ ਮਿਲ ਜਾਂਦੀ ਹੈ, ਪਰ FCI ਵੱਲੋਂ ਥੋੜ੍ਹਾ ਜਿਹਾ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ। ਦੂਸਰਾ, ਜਿਹੜੇ ਉਹਨਾਂ ਦੇ ਲੋਡਿੰਗ ਅਨਲੋਡਿੰਗ ਦੇ ਚਾਰਜਿਸ ਸੀ, ਇੱਕ EPF ਇਸ਼ੂ ਕਰਕੇ ਉਹ 70% ਮਿਲਦੇ ਸੀ, 30% ਰੁਕ ਕੇ, ਪਿਛਲੇ ਵੀ ਰੁਕੇ ਪਏ ਸੀ ਤੇ ਅੱਗੋਂ ਰੁਕਣ ਦੀ ਉਮੀਦ ਸੀਗੀ। ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ CM ਸਾਹਿਬ ਨੇ ਆਪ GM FCI ਨੂੰ ਇੰਸਟਰਕਸ਼ਨ ਦਿੱਤੀਆਂ ਤੇ ਉੱਪਰ ਵੀ ਗੱਲਬਾਤ ਕੀਤੀ ਗਈ ਵੀ ਸਾਡੀ ਪ੍ਰੋਕਿਉਰਮੈਂਟ ਦੇ ਵਿੱਚ ਇਹੋ ਜਿਹਾ ਕੋਈ ਆਉਣਾ ਨਹੀਂ ਚਾਹੀਦੀ ਮੁਸ਼ਕਲ। ਉਹਨਾਂ ਨੇ ਇਮੀਡੀਏਟ FCI ਨੂੰ ਚਿੱਠੀ ਵੀ ਕੱਢੀ, ਜਿਹਦੇ 'ਚ ਉਹਨਾਂ ਨੇ ਸਪੈਸ਼ਲੀ ਲਿਖਤਾ ਵੀ ਲੈਂਡ ਰਿਕਾਰਡ ਜਿਹੜੀ ਕੰਡੀਸ਼ਨ ਆ ਉਹ ਰਿਲੈਕਸ ਕਰ ਦਿੱਤੀ ਗਈ ਆ, ਔਰ ਨਾਲ ਦੀ ਨਾਲ EPF ਵਾਲਾ ਇਸ਼ੂ ਵੀ ਇੱਕ ਅੱਧੇ ਦਿਨ 'ਚ ਫਾਈਨਲਾਈਜ਼ ਹੋ ਰਿਹਾ। ਤੇ ਹੁਣ ਜਿਹੜਾ ਖਦਸ਼ਾ ਹੈ ਨਾ ਆੜ੍ਹਤੀਆਂ ਦੇ ਵਿੱਚ FCI ਲਈ, ਉਹ ਵਹਿਮ ਦੂਰ ਕਰਨ ਦੀ ਜ਼ਰੂਰਤ ਹੈ। ਉਹਦੇ ਵਾਸਤੇ ਸਾਰੇ MD ਸਾਹਿਬਾਨ, ਸਾਡੇ DC SDMs ਸਭ ਮੰਡੀਆਂ 'ਚ ਘੁੰਮ ਰਹੇ ਆ, ਔਰ ਕਿਤੇ ਕੋਈ FCI ਦੇ ਰਿਲੇਟਡ ਵੀ ਮੁਸ਼ਕਿਲ ਆ ਉਹਨਾਂ ਦੇ ਮਨਾਂ ਦੇ ਵਿੱਚੋਂ ਦੀ ਅਸੀਂ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਊਸ਼ ਗੋਇਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ, ਜਿਹੜਾ ਸਭ ਤੋਂ ਵੱਡਾ ਖਦਸ਼ਾ ਸੀਗਾ ਕਿ ਠੇਕੇ ਤੇ ਜਿਹੜੇ ਕਿਸਾਨ ਜ਼ਮੀਨ ਲੈਂਦੇ ਨੇ ਉਹਨਾਂ ਨੂੰ ਪੈਸੇ ਕਿੱਥੋਂ ਮਿਲਣਗੇ, ਕਿਵੇਂ ਮਿਲਣਗੇ। ਪਿਊਸ਼ ਗੋਇਲ ਕੇਂਦਰੀ ਮੰਤਰੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਜਿਹੜੇ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਵੀ ਫਸਲ ਕਰਦੇ ਨੇ ਉਹਨਾਂ ਨੂੰ ਵੀ ਪੈਸੇ ਪੂਰੇ ਉਹਨਾਂ ਦੇ ਅਕਾਊਂਟ 'ਚ ਜਾਣਗੇ। ਦੋਸਤ, ਇਸ ਵਾਰ ਤਾਂ ਲੈਂਡ ਰਿਕਾਰਡ ਦਾ ਇਸ਼ੂ ਹੀ ਨਹੀਂ ਹੈ। ਇਹ ਇਸ਼ੂ ਤਾਂ ਅਗਲੀ ਵਾਰ ਆਏਗਾ ਵੀ ਪੇਮੈਂਟ ਜਿਹੜੇ ਕਿਸਾਨ, ਜਦੋਂ ਅਸੀਂ ਲੈਂਡ ਰਿਕਾਰਡ ਮੰਗਾਂਗੇ ਉਸ ਵੇਲੇ ਇਹ ਇਸ਼ੂ ਆਊਗਾ ਵੀ ਕਿਹਨੂੰ ਪੇਮੈਂਟ ਦੇਣੀ ਹੈ, ਜਿਹਦੇ ਕੋਲ ਲੈਂਡ ਹੀ ਨਹੀਂ ਹੈ, ਕਾਸ਼ਤ ਕਰਦਾ ਹੈ, ਠੇਕੇ ਤੇ ਕਰਦਾ ਹੈ, ਉਹਨਾਂ ਦਾ। ਅੱਜ ਦੀ ਤਰੀਕ 'ਚ ਜੋ ਸਿਸਟਮ ਪਹਿਲਾਂ ਤੋਂ ਲਾਗੂ ਨੇ, ਸਵਾਏ ਇੱਕ ਚੀਜ਼ ਦੇ ਵੀ ਥਰੂ ਆੜ੍ਹਤੀਆ ਜਾਣ ਦੀ ਬਜਾਏ ਉਹ ਸਿੱਧੀ ਉਹਦੇ ਖਾਤੇ 'ਚ ਜਾਣਾ। ਜਿਵੇਂ ਪਹਿਲਾਂ ਆੜ੍ਹਤੀਆਂ ਨੂੰ ਕਮਿਸ਼ਨ ਮਿਲਦੀ ਸੀ ਉਵੇਂ ਹੀ ਮਿਲਣੀ ਹੈ।
ਔਰ ਸੀਐਮ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਲਵਾਇਆ ਇੱਕ ਇੱਕ ਪੈਸਾ ਮਿਲੇਗਾ। ਕਿਸਾਨਾਂ ਨੂੰ ਪਹਿਲਾਂ ਤੋਂ ਇੱਕ ਇੱਕ ਪੈਸਾ ਮਿਲਦਾ, ਬਗੈਰ ਕਿਸੇ ਕੱਟ ਦੇ ਮਿਲਦਾ ਆ। ਜਿਹੜੇ ਸਾਡੇ ਟਰਾਂਸਪੋਰਟਰ ਨੇ ਜਾਂ ਸਾਡੇ ਜਿਹੜੀ ਲੇਬਰ ਕਾਟੇਜ ਦੇ ਬੰਦੇ ਨੇ, ਹਰੇਕ ਦਾ ਖਿਆਲ ਰੱਖਿਆ ਜਾਊਗਾ, ਪਰ ਉਹਨਾਂ ਦੇ ਬਿਲਸ ਇਹ ਪੇਮੈਂਟ ਹੋਣ ਤੋਂ ਬਾਅਦ ਲੱਗਦੇ ਨੇ ਤੇ ਉਵੇਂ ਹੀ ਦਿੱਤੀ ਜਾਏਗੀ ਉਹਨਾਂ ਨੂੰ। ਨਾ ਉਹਨਾਂ ਦੀ ਆੜਤ ਰੁਕੇਗੀ, ਜਿਹੜੀ 131 ਕਰੋੜ ਪਿਛਲੀ ਆੜਤ ਉਹਨਾਂ ਦੀ ਰੁਕੀ ਹੋਈ ਸੀ ਉਹ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ। ਕੱਲ ਬੈਂਕ ਬੰਦ ਸੀਗੇ, ਅੱਜ ਮੇਰਾ ਖਿਆਲ ਖੁੱਲ੍ਹਣੇ ਹੈ। ਅੱਜ ਬਿੱਲ ਲੱਗ ਕੇ ਪੈਸਾ ਕਲੀਅਰ ਹੋ ਕੇ ਉਹਨਾਂ ਦੇ ਖਾਤਿਆਂ 'ਚ ਜਾਣਾ ਸ਼ੁਰੂ ਹੋ ਜਾਏਗਾ। ਅਸੀਂ ਸੋ ਭਾਰਤ ਭੂਸ਼ਣ ਆਸ਼ੂ ਨੇ ਸਾਫ਼ ਕੀਤਾ ਹੈ ਕਿ ਜਿਹੜੀ ਵੀ ਬਾਰਦਾਨੇ ਦੀ ਘਾਟ ਹੈ, ਕਮੀ, ਉਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ, ਕਿਉਂਕਿ ਵੱਖ-ਵੱਖ ਜਗ੍ਹਾਵਾਂ ਤੋਂ, ਮੰਡੀਆਂ ਤੋਂ ਖਬਰਾਂ ਸਾਡੇ ਕੋਲ ਵੀ ਪਹੁੰਚ ਰਹੀਆਂ ਨੇ। ਕਿਸਾਨਾਂ ਦਾ ਇਹ ਕਹਿਣਾ ਹੈ ਕਿ ਬਾਰਦਾਨੇ ਦੀ ਘਾਟ ਇਸ ਕਰਕੇ ਉਹਨਾਂ ਨੂੰ ਕਈ ਦਿਨ ਮੰਡੀਆਂ ਦੇ ਵਿੱਚ ਇੰਤਜ਼ਾਰ ਕਰਨਾ ਪੈ ਰਿਹਾ, ਫਸਲ ਦੀ ਖਰੀਦ ਨਹੀਂ ਹੋ ਰਹੀ, ਜਿਸ ਕਰਕੇ ਕਿਸਾਨ ਧਰਨਾ ਲਗਾਉਣ ਦੇ ਲਈ ਵੀ ਮਜਬੂਰ ਨੇ। ਤੇ ਹੁਣ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸਾਫ਼ ਕਰ ਦਿੱਤਾ ਹੈ ਕਿ ਜਿਹੜੀ ਵੀ ਕਮੀ ਕਿਸਾਨਾਂ ਨੂੰ ਨਜ਼ਰ ਆ ਰਹੀ ਹੈ, ਜਿਹੜੀ ਵੀ ਪਰੇਸ਼ਾਨੀ ਆ ਰਹੀ ਹੈ, ਉਸ ਤੇ ਪੂਰੀ ਸਰਕਾਰ ਦੀ ਨਜ਼ਰ ਬਣੀ ਹੋਈ ਹੈ ਤੇ ਜਿਹੜੀ ਬਾਰਦਾਨੇ ਦੀ ਘਾਟ ਹੈ ਉਸ ਨੂੰ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਭਾਰਤ ਭੂਸ਼ਣ ਆਸ਼ੂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਵੀ ਜਗ੍ਹਾ ਕਿਸਾਨਾਂ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ, ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਸਰਕਾਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਪਰੇਸ਼ਾਨੀ ਨਾ ਆਵੇ ਤੇ ਕਿਸਾਨਾਂ ਦੇ ਇੱਕ ਦਾਣੇ ਦੀ ਸਹੀ ਸਮੇਂ ਤੇ ਖਰੀਦ ਵੀ ਹੋਵੇਗੀ ਤੇ ਸਹੀ ਸਮੇਂ ਤੇ ਅਦਾਇਗੀ ਵੀ ਹੋਵੇਗੀ। ਇਹ ਸਭ ਕੁਝ ਸਾਫ਼ ਕਰ ਦਿੱਤਾ ਹੈ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ।